ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਉੱਪਰ ਸਾਡੇ ਨਾਲ ਵਿਚਾਰ ਚਰਚਾ ਕਰਨਗੇ ਸਾਡੇ ਸਹਿਯੋਗੀ ਮਨਦੀਪ ਸਿੰਘ ਟੁੱਟ। ਮਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ-ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ, ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨਾਲ ਜੁੜੀ ਹੋਈ ਖਬਰ ਨਾਲ ਕਰ ਲੈਂਦੇ ਹਾਂ। ओंटारियो ਦੇ ਲੰਡਨ ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਨੇ ਕਿ ਮੇਰਾ ਦਿਲ ਟੁੱਟ ਗਿਆ। ਹੁਣ ਇਸ ਹਾਦਸੇ ਬਾਰੇ ਕੀ ਹੈ ਜਾਣਕਾਰੀ ਤੇ ਨਾਲ ਹੀ ਦੱਸੋ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਬਾਰੇ ਕੀ ਕਿਹਾ ਗਿਆ। ਬਿਲਕੁਲ ਜੀ, ਅੰਟਾਰੀਓ ਦੇ ਸ਼ਹਿਰ ਲੰਡਨ ਦੇ ਵਿੱਚ ਇੱਕ ਹਾਦਸਾ ਵਾਪਰਿਆ ਔਰ ਜਿੱਥੇ ਇੱਕ 8 ਸਾਲ ਦੀ ਬੱਚੀ ਜਿਹੜੀ ਉਹਦੀ ਮੌਤ ਹੋਈ ਆ ਔਰ ਇਹਦੇ ਨਾਲ ਜਿਹੜੇ 5-6 ਜਾਣੇ ਜਿਹੜੇ ਹੋਰ ਆ ਉਹ ਹਲੇ ਹਸਪਤਾਲ 'ਚ ਦਾਖਲ ਆ ਔਰ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਜ਼ਿਆਦਾ ਬੱਚੇ ਆ ਔਰ ਇੱਕ ਵਹੀਕਲ ਜਿਹੜਾ ਜਿਹਨੂੰ 76 ਸਾਲ ਦੀ ਇੱਕ ਔਰਤ ਚਲਾ ਰਹੀ ਸੀ ਉਹਦੇ ਵੱਲੋਂ ਜਿਹੜੇ ਕੁਝ ਸੜਕ ਤੇ ਜਾ ਰਹੇ ਪੈਡੈਸਟਰੀਅਨ ਸੀਗੇ ਉਹਨਾਂ ਨਾਲ ਟੱਕਰ ਮਾਰੀ ਗਈ। ਕੁੱਲ 10 ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਟੱਕਰ ਮਾਰੀ ਗਈ ਹੈ, ਜਿਹਦੇ ਵਿੱਚ ਇੱਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ ਆ ਔਰ 6 ਜਿਹੜੇ ਹੋਰ ਆ ਉਹ ਇਸ ਵਕਤ ਜ਼ਖਮੀ ਨੇ, ਜਿਨ੍ਹਾਂ ਦੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ। ਸੋ ਇਸ ਘਟਨਾ ਵਿੱਚ ਜੋ ਇਹ ਦਰਦਨਾਕ ਤਰੀਕੇ ਨਾਲ ਇੱਕ 8 ਸਾਲ ਦੀ ਬੱਚੀ ਦੀ ਮੌਤ ਹੋਈ ਆ ਉਹਦੇ ਸੰਬੰਧੀ ਜਿਹੜਾ ਅਫਸੋਸ ਦਾ ਇਜ਼ਹਾਰ ਕਰਦਿਆਂ ਜਸਟਿਨ ਟਰੂਡੋ ਹੋਣਾ ਨੇ ਆਪਣੀ ਫੇਸਬੁੱਕ ਤੇ ਪੋਸਟ ਪਾਈ ਆ ਕਿ ਇੱਕ ਬਹੁਤ ਦਰਦਨਾਕ ਜਿਹੜੀ ਇਹ ਘਟਨਾ ਵਾਪਰੀ ਆ। ਲੰਡਨ ਹਾਲਾਂਕਿ ਕੁਝ ਸਮਾਂ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਇੱਕ ਵੱਡੀ ਘਟਨਾ ਉੱਥੇ ਵਾਪਰੀ ਸੀ, ਜਦੋਂ ਇੱਕ ਮੁਸਲਿਮ ਪਰਿਵਾਰ ਜੋ ਕਿ ਤੁਰਿਆ ਜਾ ਰਿਹਾ ਸੀ ਸੜਕ ਉੱਤੇ ਔਰ ਜੋ ਆਪਣੇ ਰਵਾਇਤੀ ਪਹਿਰਾਵੇ ਵਿੱਚ ਸੀਗੇ ਔਰ ਜਿਨ੍ਹਾਂ ਨੂੰ ਦੇਖ ਕੇ ਇੱਕ ਵਹੀਕਲ ਵੱਲੋਂ ਉਹਨਾਂ ਦੇ ਟੱਕਰ ਮਾਰ ਦਿੱਤੀ ਗਈ ਸੀ, ਜਿਹਦੇ ਵਿੱਚ ਉਸ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਸੀ। ਕਈ ਜੀ ਇਸ ਘਟਨਾ ਵਿੱਚ ਜਿਹੜੇ ਮਾਰੇ ਗਏ ਸੀਗੇ ਔਰ ਸਿਰਫ ਇੱਕ ਜਣਾ ਹੀ ਇਸ ਘਟਨਾ ਦੇ ਵਿੱਚ ਬਚਿਆ ਸੀ, ਜਿੰਨੇ ਮੈਂਬਰ ਵੀ ਉਸ ਸਮੇਂ ਸੜਕ ਤੇ ਜਾ ਰਹੇ ਸੀਗੇ। ਸੋ ਉਦੋਂ ਵੀ ਚਰਚਾ ਵਿੱਚ ਆਇਆ ਸੀ, ਪਰ ਇਸ ਵਕਤ ਵੀ ਹਾਲਾਂਕਿ ਕਿਸੇ ਨੇ ਦਾਅਵਾ ਜ਼ਰੂਰ ਕੀਤਾ ਸੀ ਇੱਕ ਵਿਅਕਤੀ ਨੇ ਕਿ ਸ਼ਾਇਦ ਇਹ ਵੀ ਉਸੇ ਤਰੀਕੇ ਨਾਲ ਕੋਈ ਮਾਮਲਾ ਹੈ, ਪਰ ਹੁਣ ਤੱਕ ਜੋ ਆਸੇ-ਪਾਸੇ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਕਈ ਲੋਕਾਂ ਨੂੰ ਜਿਹੜੀ ਟੱਕਰ ਮਾਰੀ ਗਈ ਹੈ, ਜਿਹਦੇ ਵਿੱਚ ਕੁਝ ਖਾਸ ਕਿਸੇ ਦੀ ਆਇਡੈਂਟੀਟੀ ਇਸ ਤਰੀਕੇ ਨਾਲ ਜਿਹੜੀ ਉਹ ਨਹੀਂ ਦੇਖੀ ਗਈ। ਇੱਕ 76 ਸਾਲ ਦੀ ਔਰਤ ਜਿਹੜੀ ਉਹਦੇ ਵੱਲੋਂ ਇਹ ਗੱਡੀ ਚਲਾਈ ਜਾ ਰਹੀ ਸੀਗੀ ਔਰ ਉਸ ਵੱਲੋਂ ਜਿਹੜੇ ਆ ਇਹ ਪੈਡੈਸਟਰੀਅਨ ਸੀਗੇ ਜਿਹੜੇ ਖੜੇ ਸੀਗੇ ਰੈੱਡ ਲਾਈਟ ਉੱਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀਗੇ, ਉਹਨਾਂ ਨੂੰ ਜਿਹੜਾ ਹਿੱਟ ਕੀਤਾ ਗਿਆ, ਜਿਸ ਤੋਂ ਬਾਅਦ 6 ਜਣੇ ਜਿਹੜੇ ਆ ਉਹ ਇਸ ਵਕਤ ਹਸਪੀਟਲ ਵਿੱਚ ਨੇ ਜੋ ਗੰਭੀਰ ਜ਼ਖਮੀ ਨੇ, ਜਿਨ੍ਹਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਇੱਕ 8 ਸਾਲ ਦੀ ਬੱਚੀ ਦੀ ਮੌਤ ਹੋਈ ਆ। ਇਸ ਮਸਲੇ ਉੱਤੇ ਜਸਟਿਨ ਟਰੂਡੋ ਹੋਣਾ ਦਾ ਵੀ ਬਿਆਨ ਆਇਆ, ਐਰਨ ਅਟੂਲ ਹੋਣਾ ਦਾ ਵੀ ਬਿਆਨ ਆਇਆ ਤੇ ਹੋਰ ਵੀ ਜਿਹੜੇ ਕੈਨੇਡਾ ਦੇ ਸਿਆਸੀ ਲੋਕ ਨੇ, ਜਗਮੀਤ ਸਿੰਘ ਨੇ, ਉਹਨਾਂ ਨੇ ਵੀ ਜਿਹੜਾ ਦਰਦ ਦਾ ਇਜ਼ਹਾਰ ਕੀਤਾ ਇਸ ਘਟਨਾ ਦੇ ਉੱਤੇ। ਜੀ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਕਰੋਨਾ ਵਾਇਰਸ ਦਾ ਜਿਹੜਾ ਹੁਣ ਇੱਕ ਨਵਾਂ ਰੂਪ ਸਾਹਮਣੇ ਆਇਆ, ਇਸ ਨੇ ਕਈ ਦੇਸ਼ਾਂ ਨੂੰ ਚਿੰਤਾ ਪਾ ਦਿੱਤਾ ਹੈ, ਯਾਤਰਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਤੇ ਹੁਣ ਕੈਨੇਡਾ ਤੋਂ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ। ਬਿਲਕੁਲ ਜੀ, ਕੈਨੇਡਾ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਵੀ ਦੱਸਿਆ ਸੀਗਾ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਨਵਾਂ ਵੇਰੀਐਂਟ ਆ ਜਿਹਨੂੰ ਕਾਫੀ ਖਤਰਨਾਕ ਦੱਸਿਆ ਜਾ ਰਿਹਾ, ਹੁਣ ਤੱਕ ਜਿੰਨੇ ਵੀ ਜਿਹੜੇ ਨਵੇਂ ਵੇਰੀਐਂਟ ਆਉਂਦੇ ਆ ਸਭ ਦੇ ਬਾਰੇ ਇਹੀ ਪ੍ਰਚਾਰ ਕੀਤਾ ਜਾਂਦਾ ਕਿ ਪਹਿਲੇ ਵੇਰੀਐਂਟ ਨਾਲੋਂ ਜ਼ਿਆਦਾ ਖਤਰਨਾਕ ਆ। ਹਾਲਾਂਕਿ ਸਟੱਡੀ ਹਲੇ ਚੱਲ ਵੀ ਰਹੀ ਹੈ ਇਸ ਵੇਰੀਐਂਟ ਉੱਤੇ, ਪਰ ਦਾਅਵਾ ਜ਼ਰੂਰ ਕੀਤਾ ਜਾ ਰਿਹਾ ਕਿ ਜਿਹੜੇ ਪਹਿਲੇ ਵੇਰੀਐਂਟ ਸੀ ਉਹਨਾਂ ਨਾਲੋਂ ਤੇਜ਼ੀ ਨਾਲ ਇਹ ਫੈਲ ਰਿਹਾ ਔਰ ਖਾਸ ਕਰਕੇ ਇਹ ਵੀ ਇੱਕ ਗੱਲ ਚਿੰਤਾ ਵਾਲੀ ਆ ਕਿ ਜਿਹੜੇ ਲੋਕ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਵੀ ਇਹ ਓਮਿਕਰੋਨ ਦੇ ਮਾਮਲੇ ਉਹਨਾਂ 'ਚ ਵੀ ਸਾਹਮਣੇ ਆ ਰਹੇ ਨੇ। ਸੋ ਕੈਨੇਡਾ ਵਿੱਚ ਵੀ ਕੱਲ੍ਹ ਤੱਕ 7 ਮਾਮਲੇ ਦੀ ਪੁਸ਼ਟੀ ਹੋ ਚੁੱਕੀ ਸੀ, 4 ਉਹਦੇ ਵਿੱਚੋਂ ਨਾਈਜੀਰੀਆ ਤੋਂ ਆਏ ਸੀਗੇ। ਸੋ ਜਿਸ ਤੋਂ ਬਾਅਦ ਜਿਹੜਾ ਸੀ ਬੈਨ ਲਿਸਟ ਦੇ ਵਿੱਚ ਨਾਈਜੀਰੀਆ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੀਗਾ। ਸੋ ਹੁਣ ਜੇਕਰ ਅਸੀਂ ਅੱਜ ਤੱਕ ਹਾਲਾਤ ਦੇਖੀਏ ਤਾਂ 10 ਮੁਲਕਾਂ ਨੂੰ ਇਸ ਵਕਤ ਕੈਨੇਡਾ ਨੇ ਬੈਨ ਕੀਤਾ ਹੋਇਆ ਕਿ 10 ਮੁਲਕਾਂ ਤੋਂ ਜਿਹੜੇ ਲੋਕ ਨੇ, ਵਿਦੇਸ਼ੀ ਨੇ, ਉਹ ਨਹੀਂ ਆ ਸਕਦੇ ਨੇ ਔਰ ਜਿਹੜੇ ਉਹਨਾਂ ਦੇ ਆਪਣੇ ਨਾਗਰਿਕ ਨੇ, ਸਿਟੀਜ਼ਨ ਨੇ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ, ਉਹ ਕਿਸੇ ਤੀਜੇ ਮੁਲਕ ਰਾਹੀਂ ਉੱਥੋਂ ਕੋਵਿਡ ਦੀ ਨੈਗੇਟਿਵ ਰਿਪੋਰਟ ਲੈ ਕੇ ਆ ਸਕਦੇ ਆ। ਉਸ ਤੋਂ ਬਾਅਦ ਉਹਨਾਂ ਦਾ 에ਅਰਪੋਰਟ ਉੱਤੇ ਵੀ ਟੈਸਟ ਹੋਵੇਗਾ, ਜਦ ਤੱਕ ਰਿਪੋਰਟ ਨਹੀਂ ਆਉਂਦੀ ਉਹਨਾਂ ਨੂੰ ਕੁਆਰੰਟਾਈਨ ਕਰਨਾ ਪਵੇਗਾ, ਆਪਣੇ ਆਪ ਨੂੰ ਆਈਸੋਲੇਟ ਕਰਨਾ ਪਵੇਗਾ। ਸੋ ਇਸ ਤਰੀਕੇ ਨਾਲ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਬਾਕੀ ਜਿਹੜਾ 30 ਨਵੰਬਰ ਤੋਂ ਇੱਕ ਰੱਖਿਆ ਗਿਆ ਸੀ, ਕਿਉਂਕਿ ਅੱਜ 1 ਦਸੰਬਰ ਹੋ ਚੁੱਕੀ ਆ, ਜਿੰਨੇ ਵੀ ਫੁੱਲੀ ਵੈਕਸੀਨੇਟਡ ਲੋਕ ਨੇ ਹੁਣ ਸਿਰਫ ਉਹੀ ਕੈਨੇਡਾ ਨੂੰ ਸਫ਼ਰ ਕਰ ਸਕਦੇ ਨੇ ਔਰ ਇੱਥੇ ਇਹ ਵੀ ਭੁਲੇਖਾ ਨਹੀਂ ਰੱਖਣਾ ਚਾਹੀਦਾ ਹੁਣ ਅਮਰੀਕਾ ਵਾਲਿਆਂ ਨੂੰ ਸਿਰਫ ਛੋਟ ਮਿਲੀ ਆ, ਬਾਕੀ ਜਿੰਨੇ ਵੀ ਲੋਕ ਜਿਹੜੇ ਵੈਕਸੀਨੇਟ ਨੇ ਉਹਨਾਂ ਦਾ ਕੈਨੇਡਾ ਆਉਣ ਉਪਰੰਤ ਜਿਹੜਾ ਆ ਕੋਵਿਡ ਟੈਸਟ ਉਹ ਕੀਤਾ ਜਾਵੇਗਾ। ਜੀ ਮਨਦੀਪ ਜੀ, ਤਾਂ ਕੈਨੇਡਾ ਦੀ ਗੱਲ ਹੋ ਗਈ ਤੇ ਅਮਰੀਕਾ ਤੋਂ ਇਸ ਬਾਰੇ ਕੀ ਚਰਚਾ ਸਾਹਮਣੇ ਆ ਰਹੀ ਹੈ। ਹਾਲਾਂਕਿ ਅਮਰੀਕਾ ਵਿੱਚ ਵੀ ਪਹਿਲਾਂ ਓਮਿਕਰੋਨ ਵੇਰੀਐਂਟ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਤੇ ਹੁਣ ਅਮਰੀਕਾ ਵਿੱਚ ਯਾਤਰਾ ਸੰਬੰਧੀ ਪਾਬੰਦੀਆਂ ਬਾਰੇ ਕੀ ਖਬਰ ਸਾਹਮਣੇ ਆ ਰਹੀ ਹੈ।
ਬਿਲਕੁਲ ਜੀ, ਜਦੋਂ ਅਮਰੀਕਾ ਵੱਲ ਧਿਆਨ ਜਾਂਦਾ ਤਾਂ ਸਭ ਤੋਂ ਪਹਿਲਾਂ ਗੱਲ ਇਹ ਸਾਹਮਣੇ ਆਉਂਦੀ ਹੈ, ਕਿਉਂਕਿ ਮਸੀਂ 8 ਨਵੰਬਰ ਤੋਂ ਬਾਰਡਰ ਖੁੱਲ੍ਹੇ ਸੀ। ਲੋਕਾਂ ਨੂੰ ਇਹ ਡਰ ਹੈ ਕਿ ਸ਼ਾਇਦ ਕਿਤੇ ਪਹਿਲਾਂ ਕੈਨੇਡਾ ਵਾਲੇ ਬਾਰਡਰ ਨਾ ਬੰਦ ਕਰ ਦੇਣ। ਸੋ ਫਿਲਹਾਲ ਇਸ ਤਰੀਕੇ ਦੀ ਕੋਈ ਖਬਰ ਜਿਹੜੀ ਸਾਹਮਣੇ ਨਹੀਂ ਆ ਰਹੀ ਹੈ। ਇੰਨਾ ਜ਼ਰੂਰ ਹੈ ਕਿ ਜਿਹੜੀਆਂ ਸਾਊਥ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਤੋਂ ਇਹ ਮਾਮਲੇ ਸਾਹਮਣੇ ਆ ਰਹੇ ਨੇ, ਜਿੱਥੋਂ ਇਹ ਵੇਰੀਐਂਟ ਨਿਕਲਿਆ ਦੱਸਿਆ ਜਾ ਰਿਹਾ, ਉੱਥੋਂ ਜਿਹੜੀਆਂ ਪਾਬੰਦੀਆਂ ਜ਼ਰੂਰ ਅਮਰੀਕਾ ਨੇ ਲਾ ਦਿੱਤੀਆਂ ਨੇ। ਔਰ ਜਿਹੜੇ ਉਹਨਾਂ ਦੇ ਸਿਹਤ ਮਾਹਰ ਨੇ ਔਰ ਉਹਨਾਂ ਦਾ ਇਹ ਮੰਨਣਾ ਹੈ ਕਿ ਉਹ ਕਹਿੰਦੇ ਵੀ ਹਾਲੇ ਅਸੀਂ ਇਸ ਵੇਰੀਐਂਟ ਨੂੰ ਸਮਝ ਰਹੇ ਹਾਂ, ਔਰ ਫਲਾਈਟ ਜੇ ਕਹਿੰਦੇ ਜਿਹੜਾ ਬੈਨ ਕਰਨਾ ਹੈ ਇਹ ਕੋਈ ਕਹਿੰਦੇ ਕੋਈ ਸੋਲਿਊਸ਼ਨ ਨਹੀਂਗਾ। ਹਾਲਾਂਕਿ ਕਹਿੰਦੇ ਅਸੀਂ ਥੋੜਾ ਜਿਹਾ ਟਾਈਮ ਬਾਏ ਕਰਨ ਦੀ ਕਹਿ ਰਹੇ ਕਿ ਅਸੀਂ ਥੋੜਾ ਸਮਾਂ ਹੋਰ ਲੈਣਾ ਚਾਹੁੰਦੇ ਹਾਂ ਹਾਲੇ ਇਸ ਵੇਰੀਐਂਟ ਨੂੰ ਸਮਝਣ ਲਈ, ਤਾਂ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਾਲੇ ਫਲਾਈਟਾਂ ਬੰਦ ਕਰ ਦੇਣ, ਤਾਂ ਕਿ ਇਦਾਂ ਨਾ ਹੋਵੇ ਕਿ ਸਾਡੇ ਕੋਲ ਕੇਸ ਕਾਫੀ ਹੋ ਜਾਣ ਤੇ ਸਾਨੂੰ ਪਤਾ ਹੋਵੇ ਨਾ ਕਿ ਇਹ ਵੇਰੀਐਂਟ ਹੈ ਕੀ ਆ ਤੇ ਇਸ ਦੇ ਨਾਲ ਨਜਿੱਠਿਆ ਕਿਵੇਂ ਜਾਣਾ। ਸੋ ਇਸ ਤਰੀਕੇ ਦੀ ਬਿਆਨਬਾਜ਼ੀ ਵੀ ਸਾਹਮਣੇ ਆ ਰਹੀ ਆ। ਬਾਕੀ ਜਿਹੜੇ ਕੁਝ ਕੈਨੇਡਾ ਵਰਗੇ ਹੀ ਅਮਰੀਕਾ ਦੇ ਰੂਲ ਨੇ ਕਿ ਜਿਸ ਤਰੀਕੇ ਨਾਲ ਤੁਹਾਨੂੰ ਜਿੱਥੋਂ ਤੁਸੀਂ ਆਉਣਾ ਆ ਉੱਥੋਂ ਵੀ ਤੁਸੀਂ ਟੈਸਟ ਕਰਵਾ ਕੇ ਆਓ, ਨੈਗੇਟਿਵ ਰਿਪੋਰਟ ਲੈ ਕੇ ਆਓ, ਔਰ ਤੁਹਾਡਾ ਅਮਰੀਕਾ ਆਉਣ ਉਪਰੰਤ ਵੀ ਜਿਹੜਾ ਵਾ ਉਹ ਟੈਸਟ ਕੀਤਾ ਜਾਵੇਗਾ। ਅਮਰੀਕਾ ਦੇ ਵਿੱਚ ਵੀ ਕਿਉਂਕਿ ਪਹਿਲਾ ਕੇਸ ਸਾਹਮਣੇ ਆ ਗਿਆ ਕੈਲੀਫੋਰਨੀਆ ਤੋਂ, ਜਿਹੜਾ ਪਹਿਲਾ ਓਮਿਕਰੋਨ ਦਾ ਮਾਮਲਾ ਸਾਹਮਣੇ ਆਇਆ। ਸੋ ਹੁਣ ਕੈਨੇਡਾ ਵਿੱਚ ਤਾਂ ਕੱਲ੍ਹ ਹੀ 7 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਸੀ। ਹੁਣ ਅਮਰੀਕਾ ਦੇ ਵਿੱਚ ਵੀ ਅੱਜ ਇੱਕ ਨਵਾਂ ਮਾਮਲਾ ਉੱਥੇ ਸਾਹਮਣੇ ਆਇਆ, ਜਿਹਨੂੰ ਅਮਰੀਕਾ ਦਾ ਪਹਿਲਾ ਮਾਮਲਾ ਕਿਹਾ ਜਾ ਰਿਹਾ। ਸੋ ਇਸ ਤੋਂ ਬਾਅਦ ਉਮੀਦ ਹੈ ਕਿ ਉੱਥੇ ਹੋਰ ਵੀ ਸਖਤੀ ਹੋ ਸਕਦੀ ਆ, ਪਰ ਖਾਸ ਕਰਕੇ ਉਹਨਾਂ ਕੰਟਰੀਜ਼ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਜਿੱਥੋਂ ਕਿਹਾ ਜਾ ਰਿਹਾ ਕਿ ਇਹ ਵੇਰੀਐਂਟ ਫੈਲ ਰਿਹਾ। ਜੀ ਬਿਲਕੁਲ। ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ ਓਨਟਾਰੀਓ ਤੋਂ ਬੂਸਟਰ ਸ਼ਾਟ ਦੇ ਬਾਰੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਬੂਸਟਰ ਸ਼ਾਟ ਬਾਰੇ ਕੀ ਕਿਹਾ ਜਾ ਰਿਹਾ ਓਨਟਾਰੀਓ ਵੱਲੋਂ? ਬਿਲਕੁਲ ਜੀ, ਕਿਉਂਕਿ ਫਿਲਹਾਲ ਵੈਕਸੀਨ ਤੇ ਜ਼ੋਰ ਦਿੱਤਾ ਜਾ ਰਿਹਾ, ਕਿਉਂਕਿ ਅਸੀਂ ਦੇਖਿਆ ਵੀ ਹੈ ਕਿ ਵੈਕਸੀਨ ਦਾ ਸਾਨੂੰ ਅਸਰ ਦੇਖਣ ਨੂੰ ਵੀ ਮਿਲਿਆ। ਵੈਕਸੀਨ ਤੋਂ ਬਾਅਦ ਜਿਹੜੇ ਉਹ ਲਗਾਤਾਰ ਹਾਲਾਤ ਵੀ ਆਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਹੁਣ ਜਿਹੜੇ ਨਵੇਂ ਵੇਰੀਐਂਟ ਆ ਰਹੇ ਆ ਉਹਦੇ ਵਿੱਚ ਹੁਣ ਅੰਟਾਰੀਓ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਹੜੀ ਬੂਸਟਰ ਸ਼ਾਟ ਆ, ਕਿਉਂਕਿ ਹਲੇ ਸਾਰਿਆਂ ਨੂੰ ਜਿਹੜਾ ਉਹ ਰეკਮੈਂਡ ਨਹੀਂ ਕੀਤਾ ਜਾ ਰਿਹਾ, ਬਹੁਤ ਘੱਟ ਲੋਕਾਂ ਨੂੰ ਇਹ ਟੈਕਸਟ ਮੈਸੇਜ ਆਏ ਨੇ ਜਿਨ੍ਹਾਂ ਦੀ ਉਮਰ ਜ਼ਿਆਦਾ ਆ ਜਾਂ ਜਿਹੜੇ ਹਾਈ ਰਿਸਕ ਵਿੱਚ ਨੇ ਕਿ ਉਹ ਜਿਹੜੇ ਬੂਸਟਰ ਸ਼ਾਟ ਹੈ ਉਹ ਲਗਵਾ ਸਕਦੇ ਨੇ। ਅੰਟਾਰੀਓ ਵੱਲੋਂ ਹੁਣ ਕੀਤਾ ਇਹ ਗਿਆ ਕਿ ਉਹਨਾਂ ਵੱਲੋਂ ਇਹ ਰੇਂਜ ਜਿਹੜੀ ਹੁਣ ਵਧਾਈ ਜਾ ਰਹੀ ਆ, ਐਲੀਜੀਬਿਲਟੀ ਜਿਹੜੀ ਆ ਉਹ ਵਧਾਈ ਜਾ ਰਹੀ ਆ ਕਿ ਹੋਰ ਜਿਹੜੇ ਵੱਧ ਤੋਂ ਵੱਧ ਲੋਕ ਆ ਉਹਨਾਂ ਦੇ ਬੂਸਟਰ ਸ਼ਾਟ ਜਿਹੜੇ ਉਹ ਲਾਏ ਜਾਣ, ਤਾਂ ਕਿ ਜਿਹੜੇ ਨਵੇਂ ਵੇਰੀਐਂਟ ਆ ਰਹੇ ਆ ਜਾਂ ਕਿਤੇ ਕਿਸੇ ਨੂੰ ਜੇਕਰ 6-7 ਮਹੀਨੇ ਜਾਂ 8 ਮਹੀਨੇ ਹੋ ਗਏ ਨੇ ਕਿਸੇ ਦੇ ਵੈਕਸੀਨ ਲੱਗਿਆ, ਕਿਉਂਕਿ ਫਾਈਜ਼ਰ ਦੇ ਮਾਮਲੇ 'ਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਉਹ ਸ਼ਾਇਦ ਅਸਰ ਜਿਹੜਾ ਕੁਝ ਮਹੀਨੇ ਬਾਅਦ ਥੋੜਾ ਘਟ ਜਾਂਦਾ ਆ, ਤਾਂ ਉਸ ਤੋਂ ਬਾਅਦ ਬੂਸਟਰ ਸ਼ਾਟ ਦੀ ਲੋੜ ਪੈਂਦੀ ਆ। ਸੋ ਇਸ ਮਾਮਲੇ ਵਿੱਚ ਹੁਣ ਅੰਟਾਰੀਓ ਵੱਲੋਂ ਇਹ ਕਦਮ ਚੁੱਕੇ ਜਾ ਰਹੇ ਆ ਕਿ ਐਲੀਜੀਬਿਲਟੀ ਜਿਹੜੀ ਆ ਉਹ ਬੂਸਟਰ ਸ਼ਾਟ ਦੀ ਵਧਾਈ ਜਾਵੇਗੀ। ਸਿੱਧੇ ਸ਼ਬਦਾਂ 'ਚ ਇਹ ਕਹਿ ਸਕਦੇ ਆ ਕਿ ਹੁਣ ਅੰਟਾਰੀਓ ਵਿੱਚ ਵੱਧ ਲੋਕਾਂ ਦੇ ਜਿਹੜੇ ਬੂਸਟਰ ਸ਼ਾਟ ਆ ਉਹ ਲਾਏ ਜਾਣਗੇ। ਜੀ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਹਾਲਾਤਾਂ ਦੀ। ਤਾਂ ਇੱਥੋਂ ਤਾਜ਼ਾ ਜਾਣਕਾਰੀ ਕੀ ਸਾਹਮਣੇ ਆ ਰਹੀ ਹੈ? ਕੀ ਹਾਲਾਤ ਇਸ ਸਮੇਂ ਸੂਬੇ ਵਿੱਚ ਬਣੇ ਹੋਏ ਨੇ? ਬਿਲਕੁਲ ਜੀ, ਹਾਲਾਤ ਹੱਲੇ ਵੀ ਗੰਭੀਰ ਬਣੇ ਹੋਏ ਨੇ। ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਤਰੀਕੇ ਨਾਲ ਹੜ੍ਹ ਦੀਆਂ ਤਸਵੀਰਾਂ ਅਸੀਂ ਲਗਾਤਾਰ ਦਰਸ਼ਕਾਂ ਨੂੰ ਦਿਖਾਈਆਂ ਨੇ, ਔਰ ਹਾਲੇ ਵੀ ਕਈ ਇਲਾਕਿਆਂ ਵਿੱਚ ਜਿਹੜਾ ਉਹ ਪਾਣੀ ਇਸ ਵਕਤ ਚੜਿਆ ਹੋਇਆ ਵਾ। ਸੋਸ਼ਲ ਮੀਡੀਆ ਤੇ ਵੀ ਲੋਕਾਂ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਔਰ ਕਈ ਥਾਵਾਂ ਤੇ ਹਾਈਵੇ ਬੰਦ ਕਰ ਦਿੱਤੇ ਜਾਂਦੇ ਆ, ਖੋਲ੍ਹ ਦਿੱਤੇ ਜਾਂਦੇ ਆ। ਚਾਰੇ ਪਾਸੇ ਨਜ਼ਰ ਜਿਹੜੀ ਆ ਸਰਕਾਰ ਵੱਲੋਂ ਰੱਖੀ ਜਾ ਰਹੀ ਆ। ਸੋ ਸਰਕਾਰ ਵੱਲੋਂ ਅੱਜ ਕਿਹੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ, ਪਹਿਲਾਂ ਦਰਸ਼ਕਾਂ ਨੂੰ ਉਹ ਸੁਣਾ ਦਿੰਦੇ ਆ ਕਿ ਐਮਐਲਏ ਜਗਰੂਪ ਬਰਾੜ ਜੋ ਪੰਜਾਬੀ 'ਚ ਜਾਣਕਾਰੀ ਸਾਂਝੀ ਕਰਦੇ ਨੇ, ਉਹਨਾਂ ਵੱਲੋਂ ਅੱਜ ਕੀ ਕਿਹਾ ਗਿਆ। ਮੈਂ ਹਾਂ ਜਗਰੂਪ ਬਰਾੜ, ਐਮਐਲਏ ਸਰੀ ਫਲੀਟਵੁੱਡ। ਇੱਕ ਵਾਰੀ ਫੇਰ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਤਾਜ਼ਾ ਜਿਹੜੀ ਅਪਡੇਟ ਜਾਣਕਾਰੀ ਲੈ ਕੇ ਅੱਜ 20 ਨਵੰਬਰ 2021 ਦੇ ਲਈ ਸਭ ਤੋਂ ਪਹਿਲਾਂ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ। ਅੱਜ ਸ਼ਾਮ ਤੋਂ ਕੱਲ੍ਹ ਸਵੇਰ ਤੱਕ BC ਦੇ ਕਈ ਥਾਵਾਂ ਤੇ ਭਾਰੀ ਤੂਫਾਨ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੂਫਾਨ ਹੋ ਸਕਦਾ ਹੈ। ਇਹ ਜਿਨ੍ਹਾਂ ਥਾਵਾਂ ਤੇ ਆ ਸਕਦਾ ਹੈ ਉਹਨਾਂ ਥਾਵਾਂ ਵਿੱਚ ਸ਼ਾਮਲ ਹੈ ਕੋਸਟਲ BC ਯਾਨੀ ਸਮੁੰਦਰ ਦੇ ਨਾਲ ਲੱਗਦੇ ਇਲਾਕੇ, ਅਤੇ ਸਾਊਥ ਵੈਸਟ BC ਜਿਹਦੇ ਵਿੱਚ ਸ਼ਾਮਲ ਹੈ ਗ੍ਰੇਟਰ ਵੈਨਕੂਵਰ, ਫਰੇਜ਼ਰ ਵੈਲੀ ਤੇ ਸਨਸ਼ਾਈਨ ਕੋਸਟ। ਜੇਕਰ ਕਿਸੇ ਵੀ ਕਮਿਊਨਿਟੀ ਦੇ ਲੋਕਾਂ ਦੀ ਸੇਫਟੀ ਨੂੰ ਖਤਰਾ ਖੜਾ ਹੋ ਜਾਂਦਾ ਹੈ ਤਾਂ ਸੂਬਾ ਸਰਕਾਰ ਲੋਕਾਂ ਦੇ ਬਚਾਓ ਲਈ ਰੈੱਡ ਅਲਰਟ ਜਾਰੀ ਕਰਨ ਦੇ ਲਈ ਮੁਕੰਮਲ ਤੌਰ ਦੇ ਉੱਤੇ ਤਿਆਰ ਹੈ। ਜੇਕਰ ਕਿਸੇ ਖਤਰੇ ਕਰਕੇ ਲੋਕਾਂ ਨੂੰ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਜਾਂਦੇ ਹਨ, ਯਾਨੀ ਘਰ ਛੱਡ ਕੇ ਜਾਣ ਲਈ ਕਿਹਾ ਜਾਂਦਾ, ਤਾਂ ਸਾਡੀ ਬੇਨਤੀ ਹੈ ਕਿ ਲੋਕਲ ਸਰਕਾਰਾਂ ਦੀਆਂ ਹਦਾਇਤਾਂ ਨੂੰ ਮੁਕੰਮਲ ਤੌਰ ਦੇ ਉੱਤੇ ਉਹਨਾਂ ਦੀ ਪਾਲਣਾ ਕੀਤੀ ਜਾਵੇ।
BC ਹਾਈਵੇਜ਼ ਪ੍ਰਤੀ ਲੇਟੈਸਟ ਜਾਣਕਾਰੀ। ਕਰਮਚਾਰੀ ਹਾਈਵੇਜ਼ ਰੈਜ਼ੀਡੈਂਸ ਅਤੇ ਫਾਰਮਲੈਂਡ ਨੂੰ ਪ੍ਰੋਟੈਕਟ ਕਰਨ ਦੇ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਨ ਤਾਂ ਕਿ ਲੋੜੀਂਦੀ ਰਿਪੇਅਰ ਕਰਕੇ ਹਾਈਵੇਜ਼ ਨੂੰ ਜਲਦੀ ਤੋਂ ਜਲਦੀ ਦੁਬਾਰਾ ਖੋਲ੍ਹਿਆ ਜਾ ਸਕੇ ਤੇ ਲੋਕਾਂ ਤੱਕ ਸਪਲਾਈਜ਼ ਪਹੁੰਚਦੀਆਂ ਕੀਤੀਆਂ ਜਾ ਸਕਣ। ਕੱਲ੍ਹ ਅਸੀਂ ਹਾਈਵੇ 3 ਅਤੇ 99 ਦੁਬਾਰਾ ਖੋਲ੍ਹ ਦਿੱਤੇ ਹਨ। ਇਹ ਯਕੀਨੀ ਬਣਾਉਣ ਤੋਂ ਬਾਅਦ ਕਿ ਇਹ ਹਾਈਵੇ ਟਰੈਵਲ ਕਰਨ ਦੇ ਲਈ ਮੁਕੰਮਲ ਤੌਰ ਦੇ ਉੱਤੇ ਸੇਫ ਹਨ। ਪਰ ਯਾਦ ਰਹੇ ਕਿ ਹਾਈਵੇ 99 ਨੂੰ ਅੱਜ ਸ਼ਾਮ ਦੇ 4 ਵਜੇ ਤੋਂ ਪੈਂਬਰਟਨ ਅਤੇ ਲਿਲੋਅਟ ਦੇ ਵਿਚਕਾਰ ਬੰਦ ਕੀਤਾ ਜਾ ਰਿਹਾ ਹੈ। ਹਾਈਵੇ 1 ਹਾਲੇ ਤੱਕ ਫਰੇਜ਼ਰ ਵੈਲੀ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਹਾਈਵੇ 7 ਸਿਰਫ ਕਮਰਸ਼ੀਅਲ ਵਹੀਕਲ ਦੇ ਲਈ ਹੀ ਖੋਲ੍ਹਿਆ ਗਿਆ ਹੈ। ਮੈਂ ਲੋਕਾਂ ਦੇ ਸਹਿਯੋਗ ਅਤੇ ਸਬਰ ਦੇ ਲਈ ਤਹਿ ਦਿਲੋਂ ਲੋਕਾਂ ਦਾ ਧੰਨਵਾਦ ਕਰਦਾ। ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਕੰਮ ਤੇ ਜਾਣ ਦੇ ਲਈ, ਸਕੂਲ ਜਾਣ ਦੇ ਲਈ ਜਾਂ ਕੋਈ ਅਪਾਇੰਟਮੈਂਟ ਅਟੈਂਡ ਕਰਨ ਦੇ ਲਈ ਤਕਲੀਫਾਂ ਆ ਰਹੀਆਂ ਹਨ। ਇਹ ਸਿਰਫ ਵਕਤੀ ਤੌਰ ਤੇ ਹੈ। ਅਸੀਂ ਇਕੱਠੇ ਹੋ ਕੇ ਬਹੁਤ ਜਲਦੀ ਇਸ ਔਖੇ ਸਮੇਂ ਦੇ ਵਿੱਚੋਂ ਨਿਕਲ ਜਾਵਾਂਗੇ। ਅੰਤ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਤੂਫਾਨਾਂ ਦੇ ਲਈ ਮੁਕੰਮਲ ਤੌਰ ਦੇ ਉੱਤੇ ਤਿਆਰ ਹੈ। ਸਾਡੇ ਕਰੂਜ਼ ਅਤੇ ਇਕੁਇਪਮੈਂਟ ਰੈਡੀ ਨੇ ਅਤੇ ਲੋੜ ਪੈਣ ਮੁਤਾਬਕ ਤੁਰੰਤ ਮੂਵ ਕੀਤੇ ਜਾ ਸਕਦੇ ਹਨ। ਸਾਰੇ ਲੋਕਾਂ ਨੂੰ, ਵਿਸ਼ੇਸ਼ ਕਰਕੇ ਟਰੱਕਾਂ ਵਾਲੇ ਦੋਸਤਾਂ ਨੂੰ ਇਹ ਬੇਨਤੀ ਹੈ ਕਿ ਮੌਸਮ ਦੀ ਜਿਹੜੀ ਲੇਟੈਸਟ ਜਾਣਕਾਰੀ ਹੈ ਭਵਿੱਖਬਾਣੀ ਹੈ, ਉਸ 'ਤੇ ਲਗਾਤਾਰ ਜਿਹੜੀ ਨਜ਼ਰ ਰੱਖੀ ਜਾਵੇ ਔਰ ਖਾਸ ਕਰਕੇ ਟਰੈਵਲ ਕਰਨ ਤੋਂ ਪਹਿਲਾਂ ਡਰਾਈਵ BC 'ਤੇ ਜਾ ਕੇ ਲੇਟੈਸਟ ਜਾਣਕਾਰੀ ਲਈ ਜਾਵੇ। ਸੋ ਇਹ ਸੀ ਅੱਜ ਦੇ 30 ਨਵੰਬਰ 2021 ਦੇ ਲੇਟੈਸਟ ਅਪਡੇਟਸ। ਕੱਲ੍ਹ ਨੂੰ ਇੱਕ ਵਾਰੀ ਫਿਰ ਅਸੀਂ ਲੋਕਾਂ ਸਾਹਮਣੇ ਕੱਲ੍ਹ ਦੇ ਅਪਡੇਟ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ। ਮਿਹਰਬਾਨੀ ਜੀ। ਸੋ ਇਸ ਤਰੀਕੇ ਨਾਲ ਜਗਰੂਪ ਬਰਾੜ ਹੋਣਾ ਵੱਲੋਂ ਜਿਹੜੀ ਤਾਜ਼ਾ ਜਾਣਕਾਰੀ ਉਹ ਸਾਂਝੀ ਕੀਤੀ ਗਈ ਆ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਇੱਕ ਵਾਰੀ ਫੇਰ ਜਿਹੜੀ ਆ ਉਹ ਕਿਹਨਾਂ ਥਾਵਾਂ ਤੇ ਫਲੱਡ ਵਾਰਨਿੰਗ ਜਾਰੀ ਕੀਤੀ ਗਈ ਆ ਔਰ C2 ਸਕਾਈ ਹਾਈਵੇ ਤੋਂ ਲੈ ਕੇ ਵੈਨਕੂਵਰ ਆਈਲੈਂਡ ਤੋਂ ਲੈ ਕੇ ਔਰ ਇੱਧਰ ਦੂਜੇ ਪਾਸੇ ਐਕਸਪੋਰਟ ਫਰੇਜ਼ਰ ਵੈਲੀ ਤੱਕ ਦੀ ਸਾਰੀ ਅਪਡੇਟ ਜਿਹੜੀ ਹੈ ਇਸ ਇੱਕ ਵੀਡੀਓ ਵਿੱਚ ਸਾਂਝੀ ਕੀਤੀ ਗਈ ਹੈ। ਜਾ ਰਹੇ ਨੇ, ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਰਾਹਤ ਕਾਰਜ ਲਗਾਤਾਰ ਜਾਰੀ ਨੇ ਔਰ ਭਾਈਚਾਰੇ ਵੱਲੋਂ ਵੀ ਆਪਣੇ ਤੌਰ ਉੱਤੇ ਵੀ ਰਾਹਤ ਕਾਰਜ ਕੀਤੇ ਜਾ ਰਹੇ ਨੇ। ਪੰਜਾਬੀ ਭਾਈਚਾਰਾ ਵੀ ਇਸ ਕੰਮ ਦੇ ਵੀ ਡਟਿਆ ਹੋਇਆ ਔਰ ਕੈਨੇਡੀਅਨ ਆਰਮਡ ਫੋਰਸ ਜਿਹੜੀ ਮਿਲਟਰੀ ਆ ਉਹ ਵੀ ਲੱਗੀ ਹੋਈ ਆ। ਲਗਾਤਾਰ ਅਸੀਂ ਸੋਸ਼ਲ ਮੀਡੀਆ ਤੇ ਇੱਕ ਪੇਜ ਦੇਖ ਰਹੇ ਸੀ ਜੋ ਕਿ ਹਾਲਾਂਕਿ ਉਸ ਇਲਾਕੇ ਦੇ ਹੜ੍ਹ ਪੀੜਤ ਲੋਕਾਂ ਵੱਲੋਂ ਬਣਾਇਆ ਗਿਆ। ਉਹਦੇ ਵਿੱਚ ਜਿੱਥੇ ਵੀ ਕਿਤੇ ਲੋਕਾਂ ਵੱਲੋਂ ਸੈਂਡ ਬੈਗ ਦੀ ਮੰਗ ਕੀਤੀ ਜਾਂਦੀ ਹੈ ਕਿ ਕਿਹੜੀ ਸਟਰੀਟ ਤੇ ਕਿੱਥੇ ਸਾਨੂੰ ਪਾਣੀ ਰੋਕਣ ਲਈ, ਪਾਣੀ ਦਾ ਬਹਾਅ ਰੋਕਣ ਲਈ ਜਿਹੜੇ ਸੈਂਡ ਬੈਗ ਚਾਹੀਦੇ ਆ ਤੇ ਉੱਥੇ ਲਗਾਤਾਰ ਪਹੁੰਚਾਏ ਜਾ ਰਹੇ ਨੇ। ਹੋਰ ਵੀ ਕਈ ਤਰੀਕਾ ਜਿਹੜੀ ਮਦਦ ਆ, ਜਿਹੜੇ ਲੋਕ ਫਸੇ ਹੋਏ ਨੇ ਕਿਉਂਕਿ ਕਈ ਥਾਵਾਂ ਤੇ ਇਸ ਵਕਤ ਪ੍ਰੋਪਰ ਜਿਹੜੀ ਫੂਡ ਸਪਲਾਈ ਵੀ ਨਹੀਂ ਹੋ ਰਹੀ ਆ। ਉੱਥੇ ਜਾ ਕੇ ਵੀ ਲੋਕ ਜਿਹੜਾ ਖਾਣ ਪੀਣ ਦਾ ਸਮਾਨ ਵੀ ਪਹੁੰਚਾ ਰਹੇ ਨੇ ਔਰ ਜੇਕਰ ਅਸੀਂ ਲਗਾਤਾਰ ਫੰਡ ਰੇਸ ਕਰਨ ਦੀ ਗੱਲ ਕਰੀਏ ਤਾਂ ਫੰਡ ਰੇਸ ਵੀ ਜਿਹੜੇ ਮੁੜ ਵਸਾਵੇ ਲਈ ਜਿਹੜੇ ਉਹ ਕੀਤੇ ਜਾ ਰਹੇ ਨੇ, ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ। ਹਾਲਾਂਕਿ ਸਰਕਾਰ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਜਿੰਨਾ ਲੋਕ ਰੈੱਡ ਕਰਾਸ ਨੂੰ ਦਾਨ ਕਰਨਗੇ ਉਸ ਤੋਂ ਜਿਹੜਾ ਦੁੱਗਣਾ ਤਿੱਗਣਾ ਹਿੱਸਾ ਜਿਹੜਾ ਉਹ ਸਰਕਾਰ ਵੱਲੋਂ ਜਿਹੜਾ ਐਡ ਕਰਕੇ ਲੋਕਾਂ ਨੂੰ ਦਿੱਤਾ ਜਾਵੇਗਾ। ਪਰ ਇਹਦੇ ਨਾਲ ਜਿਹੜਾ ਵਾ ਗੁਰਦੁਆਰਿਆਂ ਵਿੱਚ ਵੀ ਹਾਲੇ ਵੀ ਸਮਾਨ ਇਕੱਠਾ ਹੋ ਰਿਹਾ। ਕੱਲ੍ਹ ਇੱਕ ਸਮਾਗਮ ਜਿਹੜਾ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋ ਰਿਹਾ ਜਿੱਥੇ ਜਿਊਸ਼ ਭਾਈਚਾਰਾ ਵੀ ਆਵੇਗਾ ਤੇ ਇਹਨਾਂ ਵੱਲੋਂ ਸਾਂਝੇ ਤੌਰ ਤੇ ਜੋ ਸਮੱਗਰੀ, ਜੋ ਪੈਸਾ ਇਕੱਠਾ ਕੀਤਾ ਗਿਆ ਜਿਹੜਾ ਉਹ ਵੀ ਜਿਹੜਾ ਵਾ ਰਾਹਤ ਕਾਰਜਾਂ ਵਿੱਚ ਜਿਹੜਾ ਉਹ ਵਰਤਿਆ ਜਾਵੇਗਾ। ਸੋ ਇਸ ਤਰੀਕੇ ਨਾਲ ਹਰ ਪੱਧਰ ਤੇ ਇਸ ਵਕਤ ਰਾਹਤ ਕਾਰਜ ਜਿਹੜੇ ਉਹ ਚੱਲ ਰਹੇ ਨੇ। ਜੀ ਮਨਦੀਪ ਜੀ, ਇਸ ਦੇ ਨਾਲ ਹੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਿਛਲੇ ਕਾਫੀ ਸਾਲਾਂ ਦੇ ਜਿਹੜੇ ਨੇ ਉਹ ਮੀਂਹ ਨੇ ਰਿਕਾਰਡ ਤੋੜੇ ਨੇ ਐਬਸਫੋਰਡ ਵਿੱਚ। ਜਿਸ ਤਰ੍ਹਾਂ ਬਰਸਾਤ ਹੋਈ ਹੈ, ਇਸ ਬਾਰੇ ਹੁਣ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਬਹੁਤ ਪੁਰਾਣੇ ਰਿਕਾਰਡ ਅਸੀਂ ਕਹਿ ਸਕਦੇ ਹਾਂ ਕਿ ਟੁੱਟੇ ਹੈ ਕਿ ਮੀਂਹ ਦੇ ਉਹ ਰਹੀ ਇੱਕ ਕਾਰਨ ਹੈ ਕਿ ਇੱਥੇ ਜਿਹੜਾ ਹੜ੍ਹ ਹੈ ਉਹ ਆਏ ਨੇ। ਔਰ ਜੇਕਰ ਅਸੀਂ ਇੱਕ ਰਿਪੋਰਟ ਦੀ ਗੱਲ ਕਰੀਏ ਜਿਹਦੇ ਵਿੱਚ ਦੱਸਿਆ ਗਿਆ ਕਿ ਆਮ ਤੌਰ ਤੇ ਐਵਰੇਜ ਕੀ ਆ ਇੱਥੇ ਜੋ ਨਾਰਮਲੀ ਮੀਂਹ ਪੈਂਦੇ ਨੇ, ਕਿੰਨਾ ਕੁ ਮੀਂਹ ਪੈਂਦਾ ਹੈ ਤੇ ਇਸ ਵਾਰ ਕਿੰਨਾ ਮੀਂਹ ਪਿਆ, ਜੇਕਰ ਉਹ ਦੇਖਦੇ ਆ ਤਾਂ ਇਹ ਲਗਭਗ ਅੰਕੜੇ ਜਿਹੜੇ ਉਹ ਦੁੱਗਣੇ ਨਜ਼ਰ ਆਉਂਦੇ ਨੇ। ਔਰ ਇਹਦੇ ਦੌਰਾਨ ਜੇਕਰ ਅਸੀਂ ਕਿਉਂਕਿ ਪੂਰੇ BC ਦੇ ਅੰਕੜੇ ਦਿੱਤੇ ਗਏ ਨੇ, ਇਹਦੇ ਵਿੱਚ ਜੇਕਰ ਅਸੀਂ ਵੈਨਕੂਵਰ ਦੀ ਗੱਲ ਕਰਦੇ ਹਾਂ ਤਾਂ 612 ਮਿਲੀਮੀਟਰ ਮੀਂਹ ਹੁਣ ਤੱਕ ਪੈ ਚੁੱਕਾ ਆ ਸਤੰਬਰ ਅਤੇ ਨਵੰਬਰ ਦੇ ਮਹੀਨੇ ਦੇ ਵਿਚਕਾਰ, ਜੋ ਕਿ ਲਗਭਗ ਦੁੱਗਣਾ ਇਸ ਵਕਤ ਮਿਆਦ ਦੱਸੀ ਜਾ ਰਹੀ ਹੈ, ਜੋ ਕਿ ਆਮ ਤੌਰ ਤੇ ਐਵਰੇਜ ਮੀਂਹ ਹਰ ਸਾਲ ਪੈਂਦਾ ਹੈ। ਹਾਲਾਂਕਿ
ਵੈਨਕੂਵਰ ਨੂੰ ਜੇਕਰ ਅਸੀਂ ਕਹਿੰਦੇ ਆ ਤਾਂ ਇੱਥੇ ਇਹ ਕਿਹਾ ਹੀ ਇਹ ਜਾਂਦਾ ਕਿ ਲਗਾਤਾਰ ਮੀਂਹ ਪੈਂਦੇ ਰਹਿੰਦੇ ਨੇ। ਇੱਥੇ ਦਾ ਮੌਸਮ ਹੀ ਇਦਾਂ ਦਾ ਆ, ਕਈ ਤਾਂ ਵੈਨਕੂਵਰ ਨੂੰ ਰੇਨਕੂਵਰ ਤੱਕ ਵੀ ਕਹਿ ਦਿੰਦੇ ਆ, ਪਰ ਇਸ ਵਾਰ ਕਿਤੇ ਜ਼ਿਆਦਾ ਜਿਹੜੇ ਐਵਰੇਜ ਨਾਲੋਂ ਮੀਂਹ ਪਏ ਨੇ। ਔਰ ਵੈਨਕੂਵਰ ਦਾ ਜਿਵੇਂ ਮੈਂ ਦੱਸਿਆ ਕਿ 612 ਮਿਲੀਮੀਟਰ ਪਿਛਲੇ 2 ਮਹੀਨਿਆਂ 'ਚ ਸਤੰਬਰ ਤੋਂ ਲੈ ਕੇ ਜਿਹੜਾ ਨਵੰਬਰ ਤੱਕ ਮੀਂਹ ਪਿਆ। ਵਿਕਟੋਰੀਆ ਦੀ ਜੇਕਰ ਅਸੀਂ ਗੱਲ ਕਰੀਏ ਜੋ BC ਦੀ ਰਾਜਧਾਨੀ ਆ, ਉੱਥੇ 510 ਮਿਲੀਮੀਟਰ ਹੁਣ ਤੱਕ ਮੀਂਹ ਪੈ ਚੁੱਕਾ ਹੈ ਪਿਛਲੇ 2 ਮਹੀਨਿਆਂ 'ਚ। ਨਨੈਮੋ ਦੀ ਗੱਲ ਕਰੀਏ ਤਾਂ 620 ਮਿਲੀਮੀਟਰ, ਔਰ ਇਹਦੇ ਨਾਲ ਹੀ ਜੇਕਰ ਅਸੀਂ ਐਪਸਪੋਰਟ ਦੀ ਗੱਲ ਕਰਦੇ ਆ ਤਾਂ ਉੱਥੇ 885 ਮਿਲੀਮੀਟਰ ਮੀਂਹ ਜਿਹੜਾ ਆ ਇਸ ਵਕਤ ਪਿਛਲੇ 2 ਮਹੀਨਿਆਂ ਵਿੱਚ ਪੈ ਚੁੱਕਾ ਆ। ਔਰ ਇਸੇ ਤਰੀਕੇ ਨਾਲ ਹੀ ਜਿਹੜਾ ਆ ਹੋਪ ਦੇ ਵੀ ਅੰਕੜੇ ਦੱਸੇ ਜਾ ਰਹੇ ਆ, ਜਿੱਥੇ 730 ਮਿਲੀਮੀਟਰ ਮੀਂਹ ਹੁਣ ਤੱਕ ਪੈ ਚੁੱਕਾ ਆ। ਸੋ ਇਹ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਕਾਰਨ ਇਹ ਵੀ ਆ ਕਿ ਕੁਝ ਬੰਨ ਜਿਹੜੇ ਟੁੱਟ ਗਏ ਨੇ, ਕੁਝ ਅਮਰੀਕਾ ਵੱਲੋਂ ਵੀ ਇਸ ਵਕਤ ਪਾਣੀ ਆਇਆ ਹੋਇਆ, ਜਿਹੜਾ ਹੱਲੇ ਵੀ ਪਾਣੀ ਚੜਿਆ ਹੋਇਆ, ਜੋ ਕਿ ਜਿਨ੍ਹਾਂ ਇਲਾਕਿਆਂ 'ਚ 15 ਨਵੰਬਰ ਜਾਂ 16 ਨਵੰਬਰ ਨੂੰ ਪਾਣੀ ਪਹੁੰਚਿਆ ਸੀ, ਹੜ੍ਹ ਆਇਆ ਸੀ, ਉੱਥੇ ਅੱਜ ਵੀ ਜਿਹੜਾ ਵਾ ਵੱਡੀ ਗਿਣਤੀ 'ਚ ਵੱਡੀ ਬਹੁਤਾਤ 'ਚ ਪਾਣੀ ਖੜਾ ਆ। ਹੱਲੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਉੱਥੇ ਪਾਣੀ ਖੜਾ, ਜਿਹੜੇ ਕੁਝ ਪੰਜਾਬੀ ਕਿਸਾਨ ਹੱਲੇ ਵੀ ਉੱਥੇ ਉਹਨਾਂ ਦੇ ਘਰ ਵੀ ਡੁੱਬੇ ਖੜੇ ਨੇ। ਪਰ ਲਗਾਤਾਰ ਜਿਹੜਾ ਵਾ ਇਸ ਵਕਤ ਅਮਰੀਕਾ ਤੋਂ ਵੀ ਪਾਣੀ ਆ ਰਿਹਾ, ਪਰ ਇਹ ਜਿਹੜੀ ਇੰਨੀ ਬਾਰਿਸ਼ ਹੋਈ ਆ, ਇਹ ਵੀ ਇੱਕ ਵੱਡਾ ਕਾਰਨ ਹੈ ਜੀ। ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਗੱਲ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਦੀ ਕਰ ਲੈਂਦੇ ਹਾਂ। ਸਾਲ ਖਤਮ ਹੋਣ ਵਿੱਚ ਸਿਰਫ ਦਸੰਬਰ ਦਾ ਮਹੀਨਾ ਰਹਿ ਗਿਆ। ਇਮੀਗ੍ਰੇਸ਼ਨ ਨਾਲ ਜੁੜੀਆਂ ਕਈ ਉਮੀਦਾਂ ਨੇ, ਕਿਉਂਕਿ ਇੱਕ ਟਾਰਗੇਟ ਜਿਹੜਾ ਸੀ ਉਹ IRCC ਵੱਲੋਂ ਤੈਅ ਕੀਤਾ ਗਿਆ। ਹੁਣ ਤੱਕ ਤਾਂ ਉਹ ਟਾਰਗੇਟ ਪੂਰਾ ਨਹੀਂ ਹੋ ਸਕਿਆ। ਉਡੀਕ ਕੀਤੀ ਜਾ ਰਹੀ ਹੈ ਕਿ ਕੋਈ ਵੱਡਾ ਡਰਾਅ ਜਿਹੜਾ ਹੈ ਉਹ ਐਲਾਨ ਕੀਤਾ ਜਾ ਸਕਦਾ ਹੈ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ PNP ਡਰਾਅ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਨਵੰਬਰ ਮਹੀਨਾ PNP ਡਰਾਅ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਹਾ, ਕਿੰਨੇ ਉਮੀਦਵਾਰਾਂ ਦੀ ਕਿਸਮਤ ਚ ਆ ਗਈ ਹੈ। ਜੋ ਫੈਡਰਲ ਲੈਵਲ ਦਾ ਡਰਾਅ ਹੈ, ਉਸ ਨੂੰ ਚਰਚਾ ਜਿਹੜੀ ਹੈ, ਉਸ ਤੇ ਸਵਾਲ ਜਿਹੜੇ ਨੇ ਤੁਹਾਡੇ ਤੋਂ ਉਹ ਜ਼ਰੂਰ ਪੁੱਛਾਂਗੇ, ਪਰ ਸਭ ਤੋਂ ਪਹਿਲਾਂ ਜੋ ਇੱਕ PNP ਬਾਰੇ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਉੱਪਰ ਨਜ਼ਰ ਮਾਰ ਲੈਂਦੇ ਹਾਂ। ਨਵੰਬਰ ਮਹੀਨੇ ਇਮੀਗ੍ਰੇਸ਼ਨ ਦਾ ਮਾਹੌਲ ਕਿਸ ਤਰ੍ਹਾਂ ਦਾ ਰਿਹਾ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਨਵੰਬਰ ਮਹੀਨੇ ਜੋ PNP ਡਰਾਅ ਕੱਢੇ ਗਏ, ਇਸ ਬਾਰੇ ਹੁਣ IRCC ਵੱਲੋਂ ਡਿਟੇਲ ਸਾਂਝੀ ਕੀਤੀ ਗਈ। ਇਸ ਮਹੀਨੇ ਦੌਰਾਨ ਕੈਨੇਡਾ ਦੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਜ਼ਰੀਏ 3000 ਦੇ ਕਰੀਬ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕੈਨੇਡਾ ਦੇ ਵੱਖ-ਵੱਖ ਸੂਬੇ ਅਤੇ ਟੈਰੀਟਰੀਜ਼ ਵੱਲੋਂ ਲਗਾਤਾਰ PNP ਡਰਾਅ ਦਾ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਵੱਲੋਂ ਨਵੰਬਰ ਮਹੀਨੇ ਦੌਰਾਨ 6 ਡਰਾਅ ਐਲਾਨ ਕੀਤੇ ਗਏ, ਜਿਸ ਵਿੱਚ 861 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਸੱਦੇ ਉਹਨਾਂ ਵੱਲੋਂ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਤੇ ਸਕਿਲਸ ਇਮੀਗ੍ਰੇਸ਼ਨ ਰਾਹੀਂ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਇਸ ਮਹੀਨੇ ਦੌਰਾਨ 2 ਡਰਾਅ ਕੱਢੇ ਗਏ, ਜੋ ਕਿ ਸਕਿਲਡ ਵਰਕਰਸ ਇਨ ਮੈਨੀਟੋਬਾ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਤੇ ਸਕਿਲਡ ਵਰਕਰਸ ਓਵਰਸੀਜ਼ ਦੇ ਵਿੱਚੋਂ ਸਨ। ਜੋ ਡਰਾਅ ਮੈਨੀਟੋਬਾ ਵੱਲੋਂ ਕੱਢੇ ਗਏ, ਇਹਨਾਂ ਦਾ ਐਲਾਨ 1 ਨਵੰਬਰ ਅਤੇ 18 ਨਵੰਬਰ ਨੂੰ ਕੀਤਾ ਗਿਆ, ਜਿਸ ਤਹਿਤ 849 ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ। 143 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੋਂ ਸਨ। ਨਵੰਬਰ ਮਹੀਨੇ ਦੌਰਾਨ ਸਸਕੈਚੁਆਨ ਵੱਲੋਂ ਇੱਕ ਵੱਡਾ ਡਰਾਅ ਕੱਢਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ 633 ਇਨਵੀਟੇਸ਼ਨ ਜਾਰੀ ਕੀਤੇ ਗਏ। ਹਾਲ ਹੀ ਦੌਰਾਨ ਸਸਕੈਚੁਆਨ ਵੱਲੋਂ ਇੱਕ ਨਵੇਂ ਪਾਇਲਟ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਦਸੰਬਰ 2021 ਤੋਂ ਹੋਣ ਜਾ ਰਹੀ ਹੈ। ਅਲਬਰਟਾ ਵੱਲੋਂ ਨਵੰਬਰ ਮਹੀਨੇ ਦੌਰਾਨ ਇੱਕ ਰਾਉਂਡ ਆਫ ਇਨਵੀਟੇਸ਼ਨ ਕੱਢਿਆ ਗਿਆ, ਜੋ ਕਿ ਅਲਬਰਟਾ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਦੇ ਐਕਸਪ੍ਰੈਸ ਐਂਟਰੀ ਸਟਰੀਮ ਤੋਂ ਸੀ। ਇਸ ਡਰਾਅ ਦਾ ਐਲਾਨ 9 ਨਵੰਬਰ ਨੂੰ ਕੀਤਾ ਗਿਆ, ਜਿਸ ਵਿੱਚ 200 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਵਾਸਤੇ ਉਹਨਾਂ ਕੋਲ 443 ਸਕੋਰਸ ਦੀ ਜ਼ਰੂਰਤ ਰਹੀ। ਇਸ ਮਹੀਨੇ ਦੌਰਾਨ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ 18 ਨਵੰਬਰ ਨੂੰ ਇੱਕ ਪ੍ਰੀ ਸਕੈਜੂਅਲ ਡਰਾਅ ਕੱਢਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ 188 ਇਨਵੀਟੇਸ਼ਨ ਜਾਰੀ ਕੀਤੇ ਗਏ। ਇਹਨਾਂ ਵਿੱਚੋਂ ਜ਼ਿਆਦਾਤਰ ਇਨਵੀਟੇਸ਼ਨ, ਜੋ ਕਿ 172 ਸਨ, ਇਹ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਨੂੰ ਦਿੱਤੇ ਗਏ ਤੇ ਬਾਕੀ 16 ਇਨਵੀਟੇਸ਼ਨ ਬਿਜ਼ਨਸ ਇੰਪੈਕਟ ਕੈਂਡੀਡੇਟਸ ਨੂੰ ਹਾਸਿਲ ਹੋਏ। ਹੁਣ ਤੱਕ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਇਸ ਸਾਲ ਦੌਰਾਨ 11 ਡਰਾਅ ਕੱਢੇ ਗਏ, ਜਿਸ ਦੇ ਤਹਿਤ 1729 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਨੋਵਾ ਸਕੋਸ਼ੀਆ ਵੱਲੋਂ 18 ਨਵੰਬਰ ਨੂੰ ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਨਵੰਬਰ ਮਹੀਨੇ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵੱਲੋਂ ਆਪਣੇ 3 ਡਰਾਅ ਦੀਆਂ ਡੀਟੇਲ ਸਾਂਝੀਆਂ ਕੀਤੀਆਂ ਗਈਆਂ। ਇਹ 3 ਡਰਾਅ ਪ੍ਰਾਇਓਰਿਟੀ ਸਕਿਲਸ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਸਟਰੀਮ ਦੇ ਵਿੱਚੋਂ ਸਨ। ਜੀ ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਹੁਣ ਇਹ ਸਵਾਲ ਤੁਹਾਡੇ ਤੋਂ ਜਾਣਨਾ ਚਾਹੋਗੇ ਕਿ ਸਾਲ ਖਤਮ ਹੋਣ ਵਿੱਚ ਸਿਰਫ 1 ਮਹੀਨਾ ਰਹਿ ਗਿਆ ਤੇ ਦੂਜੇ ਪਾਸੇ ਜੋ ਫੈਡਰਲ ਲੈਵਲ ਦੀ ਡਰਾਅ ਦਾ ਜੋ ਉਡੀਕ ਕੀਤੀ ਜਾ ਰਹੀ ਸੀ, ਉਹ ਉਡੀਕ ਕਿਤੇ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ। ਇਸ ਬਾਰੇ ਕੀ ਹੋ ਸਕਦਾ ਹੈ? ਬਿਲਕੁਲ ਜੀ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਾਲ ਤਾਂ ਤਕਰੀਬਨ ਲੰਘ ਹੀ ਗਿਆ, ਕਿਉਂਕਿ 1 ਦਸੰਬਰ ਅੱਜ ਹੋ ਗਈ ਆ ਤੇ ਹੁਣ ਲਾ ਹੀ ਬਸ 30 ਦਿਨ ਰਹਿ ਗਏ ਆ।
ਔਰ ਇਹਦੇ ਵਿੱਚ ਉਮੀਦ ਇਹ ਸੀ ਕਿ ਸ਼ੁਰੂ ਤੋਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਜਦੋਂ ਵੀ ਜਿਹੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ ਟਰੈਵਲ ਦੀਆਂ ਉਹ ਜਦੋਂ ਖੁੱਲਣਗੀਆਂ, ਕਿਉਂਕਿ ਚਰਚਾ ਇਸ ਵਕਤ ਸਭ ਤੋਂ ਵੱਧ ਇਹੀ ਹੋ ਰਹੀ ਹੈ ਕਿ ਜਿਹੜਾ ਫੈਡਰਲ ਸਕਿਲਡ ਵਰਕਰ ਦਾ ਡਰਾਅ ਆ, ਜਿਹੜੇ ਕੈਨੇਡਾ ਤੋਂ ਬਾਹਰ ਬੈਠੇ ਲੋਕ ਨੇ ਉਹਨਾਂ ਨੂੰ ਜਿਹੜੇ ਇਨਵੀਟੇਸ਼ਨ PR ਦੇ ਕਦੋਂ ਜਾਣਗੇ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਨੇ। ਸੋ ਉਮੀਦ ਇਹ ਸੀਗੀ ਕਿ ਜਦੋਂ ਵੀ ਇਹ ਪਾਬੰਦੀਆਂ ਹਟਣਗੀਆਂ, ਕਿਉਂਕਿ ਲੱਗੀਆਂ ਵੀ ਉਦੋਂ ਸੀ ਜਦੋਂ ਇਹ ਲਾਕਡਾਊਨ ਹੋਇਆ ਸੀ, ਫਲੈਟਾਂ ਬੰਦ ਹੋਈਆਂ ਸੀ, ਉਦੋਂ ਸਰਕਾਰ ਨੇ ਜ਼ੋਰ ਦਿੱਤਾ ਵੀ ਚਲੋ ਜਿਹੜੇ ਕੈਨੇਡਾ 'ਚ ਲੋਕ ਬੈਠੇ ਆ ਉਹਨਾਂ ਨੂੰ ਜਿਹੜੀ ਉਹ PR ਦਿੱਤੀ ਜਾਵੇ। ਸੋ ਉਸ ਤੋਂ ਬਾਅਦ ਫਿਰ ਹੋਇਆ ਇਹ ਕਿ ਹੁਣ ਤੱਕ ਵੀ ਇਹ ਡਰਾਅ ਨਹੀਂ ਨਿਕਲੇ ਆ। ਫਿਰ ਹੁਣ ਇਹ ਗੱਲ ਇਸ ਵਕਤ ਚੱਲ ਰਹੀ ਆ ਕਿ ਜਿਹੜਾ ਟਾਰਗੇਟ ਸੀ ਇਸ ਸਾਲ 4,01,000 ਦਾ, ਜਿਹੜੀਆਂ ਪੈਂਡਿੰਗ ਫਾਈਲਾਂ ਪਈਆਂ ਨੇ, ਸੋ ਸਰਕਾਰ ਦਾ ਧਿਆਨ ਇਸ ਵਕਤ ਇਹ ਆ ਕਿ ਅਸੀਂ ਨਵੇਂ ਇਨਵੀਟੇਸ਼ਨ ਹੋਰ ਭੇਜੀਏ, ਹੋਰ ਅਸੀਂ ਫਾਈਲਾਂ ਜਿਹੜੀਆਂ ਉਹ ਚੱਕੀਏ। ਇਹਦੇ ਨਾਲੋਂ ਕਹਿੰਦੇ ਚੰਗਾ ਇਹ ਆ, ਜੋ ਕਿ ਪਿਛਲੇ ਦਿਨ ਹੀ ਖਬਰ ਸਾਹਮਣੇ ਆਈ ਸੀ ਕਿ ਪਿਛਲੇ ਮਹੀਨੇ ਤੱਕ 18 ਲੱਖ ਫਾਈਲਾਂ ਦਾ ਬੈਕਲੌਗ ਪਿਆ ਸੀਗਾ, ਕਿ ਜਿਹੜੇ ਇਸ ਵਕਤ ਕੇਸ ਰਹਿੰਦੇ ਨੇ ਅਸੀਂ ਉਹਨਾਂ ਨੂੰ ਸਾਫ਼ ਕਰਕੇ ਜਿਹੜਾ ਵਾ ਉਹਨਾਂ ਨੂੰ ਫਾਈਲਾਂ ਨੂੰ ਕਲੀਅਰ ਕਰਕੇ ਅਸੀਂ ਜਿਹੜਾ 4,01,000 ਦਾ ਟਾਰਗੇਟ ਹੈ ਅਸੀਂ ਉਹ ਪੂਰਾ ਕਰੀਏ। ਔਰ ਇਸ ਵਕਤ ਬਿਲਕੁਲ ਉਸੇ ਤਰੀਕੇ ਨਾਲ ਹੋ ਰਿਹਾ। ਜਿਹੜੀਆਂ ਖਾਸ ਕਰਕੇ ਇਸ ਵਕਤ ਸਪਾਊਸ ਫਾਈਲਾਂ ਨੇ ਜਿਹੜੀਆਂ ਇਨਲੈਂਡ ਉਹ ਕਾਫੀ ਇਸ ਵਕਤ ਕਲੀਅਰ ਹੋ ਰਹੀਆਂ ਨੇ, ਜੋ ਕਿ ਪਹਿਲਾਂ ਪਿੱਛੇ ਰੱਖੀਆਂ ਹੋਈਆਂ ਸੀਗੀਆਂ। ਸੋ ਹੁਣ ਉਮੀਦ ਇਹੀ ਹੈ ਕਿ ਜਦੋਂ ਹੁਣ ਅਗਲੇ ਸਾਲ ਦਾ ਜਿਹੜਾ ਟਾਰਗੇਟ ਹੈ ਜਿਹੜਾ 4,11,000 ਰੱਖਿਆ ਗਿਆ ਵਾ, ਉਹਦੇ 'ਚ ਹੁਣ ਜਦੋਂ ਵਾਰੀ ਆਊਗੀ ਤਾਂ ਫਿਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਅਗਲੇ ਸਾਲ ਤੋਂ ਜਿਹੜੇ ਇਹ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਜੋ ਕੈਨੇਡਾ ਆਉਣਾ ਚਾਹੁੰਦੇ ਨੇ, ਖਾਸ ਕਰਕੇ ਪੰਜਾਬ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਅਸੀਂ ਸੋਸ਼ਲ ਮੀਡੀਆ 'ਤੇ ਦੇਖ ਸਕਦੇ ਹਾਂ, ਉਹ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਨੇ ਕੈਨੇਡਾ ਸਰਕਾਰ ਨਾਲ ਕਿ ਉਹਨਾਂ ਵੱਲੋਂ ਫੈਡਰਲ ਸਕਿਲਡ ਵਰਕਰ ਦੇ ਡਰਾਅ ਨਹੀਂ ਕੱਢੇ ਜਾ ਰਹੇ ਆ, ਕਿਉਂਕਿ ਉਹ ਆਪਣੇ ਆਈਲੈਟਸ ਕਰਕੇ ਸਾਰਾ ਕੁਝ ਕਰਕੇ ਤਿਆਰ ਬੈਠੇ ਨੇ। ਉਹਨਾਂ ਨੂੰ ਇਹ ਵੀ ਡਰ ਆ ਵੀ ਕਿਤੇ ਉਹਨਾਂ ਦੀ ਆਈਲੈਟਸ ਦੀ ਜਿਹੜੀ ਬੁਨਿਆਦ ਆ ਉਹ ਨਾ ਲੰਘ ਜਾਵੇ, ਉਹ ਫਿਰ ਦੁਬਾਰਾ ਕਰਨੀ ਪਊਗੀ ਔਰ ਦੁਬਾਰਾ ਫਿਰ ਉਹ ਵਾਲਾ ਸਕੋਰ ਕਰਨਾ ਜਿਹੜਾ ਖਾਸ ਕਰਕੇ 777 ਵਾਲਾ ਉਹ ਵੀ ਬਹੁਤ ਮੁਸ਼ਕਲ ਆ। ਸੋ ਇਸ ਕਰਕੇ ਕਈਆਂ ਦੀ ਮਿਹਨਤ ਤੇ ਪਾਣੀ ਵੀ ਫਿਰ ਸਕਦਾ, ਫਿਰ ਵੀ ਚੁੱਕਾ ਹੈ, ਦੁਬਾਰਾ ਆਈਲੈਟਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਜੋ ਸਰਕਾਰ ਦੀ ਰਣਨੀਤੀ ਇਸ ਵਕਤ ਲੱਗਦੀ ਆ ਉਹ ਇਹੀ ਆ ਕਿ ਜਿੰਨੀਆਂ ਵੀ ਇਸ ਵਕਤ ਬੈਕਲੌਗ ਜਿਹੜੀਆਂ ਪਹਿਲਾਂ ਫਾਈਲਾਂ ਆ ਪਹਿਲਾਂ ਉਹਨਾਂ ਨੂੰ ਕਲੀਅਰ ਕੀਤਾ ਜਾਵੇ, ਉਹ ਸਾਰੀਆਂ ਦਾ ਨਿਪਟਾਰਾ ਕਰਨ ਤੋਂ ਬਾਅਦ ਹੀ ਜਿਹੜੇ ਫਿਰ ਨਵੇਂ ਇਨਵੀਟੇਸ਼ਨ ਆ ਜਿਹੜੇ ਉਹ ਭੇਜੇ ਜਾਣ, ਕਿਉਂਕਿ ਜਦੋਂ ਵੀ ਬੈਕਲੌਗ ਫਾਈਲਾਂ ਜਿਹੜੀਆਂ ਪਈਆਂ ਹੁੰਦੀਆਂ ਨੇ ਉਹਨਾਂ ਦਾ ਕਾਫੀ ਦਬਾਅ ਵੀ ਹੁੰਦਾ ਆ। ਉਹ ਲੋਕ ਵੀ ਕਾਫੀ ਫਰਸਟ੍ਰੇਸ਼ਨ 'ਚ ਆ ਜਾਂਦੇ ਆ ਕਿ ਉਹਨਾਂ ਦਾ ਕੋਈ ਜਵਾਬ ਨਹੀਂ ਆ ਰਿਹਾ, ਕੋਈ ਨਿਪਟਾਰਾ ਨਹੀਂ ਹੋ ਰਿਹਾ। ਸੋ ਇਸ ਤਰੀਕੇ ਨਾਲ ਦੋਨੇ ਪਾਸੇ ਚੀਜ਼ਾਂ ਨੂੰ ਬੈਲੈਂਸ ਕਰਨ ਲਈ ਜਿਹੜਾ ਵਾ ਇਸ ਵਕਤ ਕੀਤਾ ਜਾ ਰਿਹਾ, ਪਰ ਇਹਦੇ ਨਾਲ ਉਹ ਲੋਕ ਜਿਹੜੇ ਇਨਵੀਟੇਸ਼ਨ ਦੀ ਵੇਟ ਕਰ ਰਹੇ ਨੇ ਉਹਨਾਂ ਲਈ ਇਸ ਵਕਤ ਇੰਤਜ਼ਾਰ ਕਰਨਾ ਥੋੜਾ ਔਖਾ ਹੋ ਰਿਹਾ ਜੀ। ਸੋ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਇਹਨਾਂ तमाम ਖਬਰਾਂ ਤੇ ਵਿਚਾਰ ਚਰਚਾ ਕਰਨ ਵਾਸਤੇ। ਜੀ ਬਹੁਤ ਬਹੁਤ ਧੰਨਵਾਦ ਜੀ। ਰੋਜ਼ਾਨਾ ਪ੍ਰੋਗਰਾਮ ਕੈਨੇਡਾ ਨਾਓ ਦੇ ਜ਼ਰੀਏ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।